ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਇੱਕ ਵਾਰ ਫਿਰ ਤੋਂ ਲੈ ਕੇ ਹਾਜ਼ਰ ਹਾਂ ਖਬਰ ਪੜਤਾਲ। ਖਾਸ ਖਬਰਾਂ ਦੇ ਉੱਤੇ ਚਰਚਾ ਇਸ ਪ੍ਰੋਗਰਾਮ ਦੇ ਵਿੱਚ ਕਰਦੇ ਹਾਂ। ਅੱਜ ਫਿਰ ਚਰਚਾ ਕਰਾਂਗੇ, ਕਿਸਾਨਾਂ ਨੂੰ ਇੱਕ ਵਾਰ ਫਿਰ ਤੋਂ ਚਿੱਠੀ ਆਈ ਹੈ। ਚਿੱਠੀਆਂ ਦਾ ਦੌਰ ਲਗਾਤਾਰ ਜਾਰੀ ਹੈ। ਕਿਸਾਨਾਂ ਵੱਲੋਂ ਚਿੱਠੀ ਵਾਪਸ ਭੇਜੀ ਜਾਂਦੀ ਹੈ, ਕੇਂਦਰ ਵੱਲੋਂ ਫਿਰ ਚਿੱਠੀ ਆ ਜਾਂਦੀ ਹੈ। ਸੋ ਚਿੱਠੀ ਦੇ ਨਾਲ ਹੀ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕਿਸਾਨਾਂ ਨੂੰ ਲੈ ਕੇ ਫਿਰ ਵਿਵਾਦਤ ਬਿਆਨ ਦਿੱਤਾ ਹੈ। ਉਸ ਦੇ ਉੱਤੇ ਵੀ ਗੱਲਬਾਤ ਕਰਾਂਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਅੱਜ ਕਿਸਾਨਾਂ ਨੂੰ ਵੱਡੀ ਰਾਸ਼ੀ ਜਾਰੀ ਕੀਤੀ ਜਾਣੀ ਹੈ, ਉਸ ਤੇ ਵੀ ਵਿਚਾਰ ਚਰਚਾ ਕਰਾਂਗੇ। ਪਹਿਲਾਂ ਸੁਰਿੰਦਰ ਡੱਲਾ ਹੁਣਾਂ ਦਾ ਸਵਾਗਤ ਕਰਦੇ, ਫਿਰ ਚਰਚਾ ਤੇ ਵੱਲ ਵਧਾਂਗੇ। ਡੱਲਾ ਜੀ, ਸਵਾਗਤ ਹੈ ਜੀ। ਬਹੁਤ ਧੰਨਵਾਦ ਜੀ, ਸਾਰਿਆਂ ਦੀ ਬਹੁਤ ਬਹੁਤ ਧੰਨਵਾਦ। ਡੱਲਾ ਜੀ, ਕਿਸ ਤਰ੍ਹਾਂ ਵੇਖ ਰਹੇ ਹੋ ਚਿੱਠੀ ਤੋਂ ਬਾਅਦ ਚਿੱਠੀ, ਚਿੱਠੀ ਤੋਂ ਬਾਅਦ ਚਿੱਠੀ, ਹੁਣ ਫੇਰ ਚਿੱਠੀ? ਦੇਖੋ, ਇੱਕ ਗਾਣਾ ਹੈ, ਇੱਕ ਗਜ਼ਲ ਹੈ ਜੀ, ਬਹੁਤ ਮੰਨੇ ਪ੍ਰਮੰਨੇ ਗਾਇਕ ਨੇ, ਸ਼ਾਇਰ ਨੇ, ਪੰਕਜ ਉਦਾਸ ਜੀ। ਉਹਨਾਂ ਦਾ ਇੱਕ ਗਜ਼ਲ ਸੀ, ਚਿੱਠੀ ਆਈ ਹੈ। ਜੀ, ਕਿੰਨੀ ਖੁਸ਼ੀ ਹੋਈ ਸੀ ਉਸ ਚਿੱਠੀ ਆਈ ਨੂੰ। ਉਹ ਗਾਣਾ ਹੀ ਲੋਕ ਕਿੰਨਾ ਸੁਣਦੇ ਹੁੰਦੇ ਸੀ, ਹੁਣ ਵੀ ਸੁਣਦੇ ਨੇ ਲੋਕ। ਜੀ। ਪਰ ਆ ਤੁਸੀਂ ਦੇਖੋ, ਇਹ ਚਿੱਠੀ ਆਉਣ ਦੀ ਖੁਸ਼ੀ ਹੈ ਨਹੀਂ ਇੱਥੇ, ਕਿਉਂਕਿ ਪਹਿਲਾਂ ਹੀ ਪਤਾ ਕਿ ਇਸ ਚਿੱਠੀ 'ਚ ਕੀ ਹੈ। ਇਸ ਚਿੱਠੀ 'ਚ ਨਾ ਪੱਖੀ ਹਵਾਵਾਂ ਨੇ। ਜੀ। ਇਸ ਚਿੱਠੀ 'ਚ ਸੰਕੋਚ ਹੈ ਸੱਚਾਈ ਨੂੰ ਸਵੀਕਾਰਨ ਦਾ। ਜੀ। ਇਸ ਚਿੱਠੀ 'ਚੋਂ ਖੁਸ਼ਬੂ ਹੈ ਹੀ ਨਹੀਂ ਜੋ ਸਾਡੀ ਮਿੱਟੀ ਦੀ ਖੁਸ਼ਬੂ ਹੈ। ਜੀ। ਸੋ ਹੁਣ ਜਿਹੜੀ ਚਿੱਠੀ ਆਈ ਹੈ, ਦੇਖੋ, ਕਹਿੰਦੇ ਸਰਕਾਰ ਗੱਲਬਾਤ ਕਰਨਾ ਚਾਹੁੰਦੀ ਹੈ। ਇਹ ਚਿੱਠੀ ਜਿਹੜੀ ਆਈ ਹੈ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੇ ਸੰਯੁਕਤ ਸਕੱਤਰ ਨੇ, ਬਹੁਤ ਵੱਡੇ ਅਫਸਰ ਨੇ, ਵਿਵੇਕ ਅਗਰਵਾਲ ਜੀ, ਹੈ ਜੀ, ਉਹਨਾਂ ਵੱਲੋਂ ਚਿੱਠੀ ਭੇਜੀ ਗਈ ਹੈ। ਫਿਰ ਉਹ ਕਹਿੰਦੇ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਅਸੀਂ ਹਮੇਸ਼ਾ ਵੱਖ-ਵੱਖ ਕਿਸਾਨ ਸੰਗਠਨਾਂ ਨਾਲ ਗੱਲਬਾਤ ਕਰਨੀ ਹੈ। ਦੇਸ਼ ਦੇ ਕਈ ਕਿਸਾਨ ਸੰਗਠਨਾਂ ਨਾਲ ਉਹ ਗੱਲਬਾਤ ਕਰ ਰਹੇ ਨੇ। ਜੀ। ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੂੰ ਗਗਨ ਜੀ ਕੱਲ ਇੱਕ ਬਾਗਪਤ ਦੇ ਕਿਸਾਨਾਂ ਦਾ ਪ੍ਰਤੀਨਿਧੀ ਮੰਡਲ ਮਿਲਿਆ। ਜੀ। ਉਹ ਕਹਿੰਦੇ ਜੀ ਖੇਤੀ ਕਾਨੂੰਨ ਬੜੇ ਚੰਗੇ ਨੇ, ਇਹਨਾਂ ਨੂੰ ਕਿਸੇ ਕੀਮਤ ਤੇ ਰੱਦ ਨਾ ਕਰੋ। ਭਾਵ ਬਹੁਤ ਸਾਰੇ ਸੰਗਠਨ ਅਜਿਹੇ ਨੇ ਜਿਹੜੇ ਕਿਸਾਨ ਹਮਾਇਤੀ ਨੇ। ਹੁਣ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਕਿਸਾਨ ਵਿੰਗ ਹੈ, ਕਿਸਾਨ ਸੰਗਠਨ, ਉਹ ਤਾਂ ਸਾਰਾ ਹੀ ਹਮਾਇਤੀ ਹੈ ਖੇਤੀ ਕਾਨੂੰਨਾਂ ਦਾ। ਜੀ। ਸੋ ਹਰ ਮੁਲਕ ਦੇ ਵਿੱਚ ਕਿਸੇ ਇੱਕ ਚੀਜ਼ ਨੂੰ ਲੈ ਕੇ 100% ਰਾਏ ਨਹੀਂ ਬਣ ਸਕਦੀ। ਜੀ। ਸਾਨੂੰ ਬਹੁਮਤ ਨਾਲ ਚੱਲਣਾ ਪੈਂਦਾ ਹੈ। ਮੋਦੀ ਸਾਹਿਬ ਨੂੰ 300 ਤੋਂ ਵੱਧ ਸੀਟਾਂ ਹੀ ਮਿਲੀਆਂ ਨਾ, 542 ਚ। ਜੀ। 542 ਤਾਂ ਨਹੀਂ ਮਿਲੀਆਂ, ਬਹੁਮਤ ਫਿਰ ਵੀ ਆ ਗਿਆ। ਸੋ ਬਹੁਮਤ ਨਾਲ ਚੱਲੇ ਲੋਕ। ਅਸੀਂ ਬੜੀ ਖੁਸ਼ੀ ਨਾਲ ਸਵੀਕਾਰ ਕੀਤਾ ਵੀ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਬਣੇ। ਦੇਖੋ ਫੁੱਲ ਗੁਲਾਬ ਦੇ ਕਿਵੇਂ ਸੁੱਟੇ ਗਏ ਸੀ ਜਿੱਦਣ ਪ੍ਰਧਾਨ ਮੰਤਰੀ ਬਣ ਕੇ ਬੀਜੇਪੀ ਦੇ ਦਫ਼ਤਰ ਜਾ ਰਹੇ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ। ਕਿੰਨੇ ਲੋਕ ਖੁਸ਼ ਸੀ ਵੀ ਲਓ ਜੀ। ਪਰ ਉਸ ਪ੍ਰਧਾਨ ਮੰਤਰੀ ਤੋਂ ਇਹ ਵੀ ਆਸ ਹੈ ਨਾ ਕਿ ਪੰਜਾਬ ਤੇ ਹਰਿਆਣਾ ਦੇ ਕਿਸਾਨ ਅਗਰ ਧਰਨਾ ਪ੍ਰਦਰਸ਼ਨ ਕਰ ਰਹੇ ਨੇ, ਅਗਰ ਬਹੁਤ ਚਿੰਤਿਤ ਨੇ, ਆਤਮ ਹੱਤਿਆਵਾਂ ਕਰ ਰਹੇ ਨੇ, ਅਗਰ ਪੀੜਤ ਨੇ ਜ਼ਮੀਨ ਤੋਂ, ਜ਼ਮੀਨ ਦੇ ਪਾਣੀ ਤੋਂ, ਤੇ ਜ਼ਰੂਰ ਬਹੁਤ ਗੰਭੀਰਤਾ ਦੇ ਨਾਲ ਵਿਚਾਰਨ ਦੀ, ਸੋਚਣ ਦੀ ਜ਼ਰੂਰਤ ਹੈਗੀ ਹੈ। ਜੀ। ਹੁਣ 2-3 ਗੱਲਾਂ ਨੇ ਜਿਹੜੀਆਂ ਮੈਂ ਮਿਲ ਜੁਲ ਕੇ ਅੱਜ ਕਰੂੰਗਾ। ਪਹਿਲਾਂ ਤਾਂ ਮਨੋਹਰ ਲਾਲ ਖੱਟੜ, ਜਿਨ੍ਹਾਂ ਨੂੰ ਮੈਂ ਸਿਆਸੀ ਵਿਲਨ ਕਹਿ ਰਿਹਾ ਇਸ ਅੰਦੋਲਨ ਦਾ, ਜੀ, ਜਿਹੋ ਜਿਹਾ ਆਚਰਣ ਮੁੱਖ ਮੰਤਰੀ ਨੇ ਦਿਖਾਇਆ, ਸੜਕਾਂ ਪਟਾ ਕੇ, ਪਾਣੀ ਦੀਆਂ ਵਿਛਾੜਾਂ ਪਵਾ ਕੇ, ਹੁਣ ਮੁੱਖ ਮੰਤਰੀ ਅੱਜ ਫਿਰ ਉਹਨਾਂ ਨੇ ਕੱਲ ਬਿਆਨ ਦਿੱਤਾ ਹੈ ਜੀ, ਇੱਕ ਜਨ ਸਭਾ ਨੂੰ ਸੰਬੋਧਨ ਕਰ ਰਹੇ ਸੀ। ਉਹਨਾਂ ਨੇ ਇੱਕ ਤਰੀਕੇ ਨਾਲ ਤਮਾਸ਼ਾ ਕਰਾਰ ਦਿੱਤਾ। ਕਹਿੰਦੇ ਅੱਜ ਕੱਲ੍ਹ ਅਸੀਂ ਤਮਾਸ਼ਾ ਦੇਖ ਰਹੇ ਹਾਂ। ਕੀ ਇਹ ਲੋਕਤੰਤਰ ਹੈ? ਜੀ। ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਲਈ ਜੋ ਕੁਝ ਚੱਲ ਰਿਹਾ ਹੈ, ਉਹ ਕਹਿੰਦੇ ਦਬਾਅ ਬਣਾ ਰਹੇ ਨੇ ਕੁਝ ਲੋਕ। ਕਹਿੰਦੇ ਕੀ ਇਹ ਲੋਕਤੰਤਰ ਹੈ? ਇਹੀ ਲੋਕਤੰਤਰ ਹੈ ਖੱਟਰ ਸਾਹਿਬ। ਇਸੇ ਲੋਕਤੰਤਰ ਦੇ ਵਿੱਚ ਲੋਕਾਂ ਨੇ ਤੁਹਾਨੂੰ ਚੁਣਿਆ ਤੇ ਤੁਸੀਂ ਮੁੱਖ ਮੰਤਰੀ ਬਣੇ ਹੋ ਜੀ। ਇਹ ਲੋਕਤੰਤਰ ਦੀ ਪ੍ਰਣਾਲੀ ਹੈ। ਮੇਰੇ ਖਿਆਲ ਖੱਟੜ ਸਾਹਿਬ ਐਡੇ ਤਜਰਬੇਕਾਰ ਨਹੀਂ ਸੀ, ਉਹਨਾਂ ਨੂੰ ਮੁੱਖ ਮੰਤਰੀ ਇਹਨਾਂ ਦੀ ਪ੍ਰਣਾਲੀ ਨੇ ਬਣਾਤਾ ਜੀ। ਜੇ ਮੁੱਖ ਮੰਤਰੀ ਦਾ ਕੋਈ ਇਮਤਿਹਾਨ ਹੋਣ ਲੱਗ ਜੇ ਨਾ ਜੀ, ਜਿਵੇਂ ਆਪਾਂ IAS ਅਫਸਰ ਚੁਣਦੇ ਹਾਂ, PCS ਅਫਸਰ ਚੁਣਦੇ ਹਾਂ, ਜੱਜ ਚੁਣਦੇ ਹਾਂ, ਕਿੱਡਾ ਸਤਿਕਾਰ ਹੁੰਦਾ DC ਦਾ, ਜੱਜ ਦਾ। ਕਿਉਂ? ਕਿਉਂਕਿ ਇਹ ਬਹੁਤ ਮਿਹਨਤੀ, ਬਹੁਤ ਪੜ੍ਹੇ ਲਿਖੇ, ਟੈਸਟ ਇਮਤਿਹਾਨ ਪਾਸ ਕਰਕੇ ਕਿੰਨੇ ਇਹਨਾਂ ਦੇ ਸ਼ਕਤੀ ਪ੍ਰੀਖਣ ਹੁੰਦੇ ਆ, ਫਿਰ ਕਿਤੇ ਨਿਯੁਕਤੀ ਹੁੰਦੀ ਹੈ ਜੱਜ ਦੀ। ਆ ਸਾਡੀ ਦੇਖੋ ਇੱਕ ਕੁੜੀ ਵੀ ਹੋਰ ਜੱਜ ਬਣ ਗਈ ਹੈ ਜੀ, ਜਿਹੜੀ ਕੈਨੇਡਾ 'ਚ ਆਪਣੀ ਨੌਕਰੀ ਛੱਡਿਆਈ। ਮੋਗੇ ਵਾਲੇ ਪਾਸੇ ਦੀ ਆ ਉਹ ਕੁੜੀ, ਨਿਹਾਲ ਸਿੰਘ ਵਾਲਾ ਦੀ ਹੈ ਸ਼ਾਇਦ। ਹੁਣ ਤੁਸੀਂ ਦੇਖੋ ਜੱਜ ਬਣ ਗਈ। ਹੁਣ ਖੱਟਰ ਸਾਹਿਬ ਨੂੰ ਤਾਂ ਤੈਅ ਕੀਤਾ ਵਿਧਾਇਕ ਦਲ ਨੇ, ਜੋ ਉੱਪਰੋਂ ਪ੍ਰਧਾਨ ਦਾ ਹੁਕਮ ਆ ਗਿਆ ਵਿਧਾਇਕ ਦਲ ਨੂੰ ਵੀ ਆਪਾਂ ਖੱਟਰ ਸਾਹਿਬ ਨੂੰ ਚੁਣਨਾ ਜੀ, ਤੇ ਖੱਟਰ ਸਾਹਿਬ ਮੁੱਖ ਮੰਤਰੀ ਚੁਣੇ ਗਏ। ਕੋਈ ਵੀ ਵਿਧਾਇਕ, ਕੋਈ ਵੀ MLA, ਮੰਤਰੀ, ਲੋਕਾਂ ਨੇ 2-3 ਪਾਰਟੀਆਂ ਦੀ ਸਾਡੀ ਰਵਾਇਤ ਹੈ, ਜਾਂ BJP ਹੈ ਪੰਜਾਬ 'ਚ ਕਾਂਗਰਸ ਹੈ ਤੇ ਅਕਾਲੀ BJP ਹੈ ਤੇ ਆਪ ਹੋ ਗਈ, ਤੀਜੀ ਆ ਗਈ। ਚਲੋ ਜੀ, ਹੁਣ ਤਿੰਨਾਂ ਪਾਰਟੀਆਂ ਨੇ ਜਿਹੜੇ ਵੀ ਵਿਅਕਤੀ ਨੂੰ ਅੱਗੇ ਲਿਆਤਾ, ਲੋਕਾਂ ਨੂੰ ਉਹੀ ਚੁਣਨਾ ਪੈਣਾ ਜੀ। ਵੀ ਚਲੋ ਜੇ ਕਾਂਗਰਸ ਚੁਣਨੀ ਉਹਨੂੰ ਦੇ ਦਿਓ,
ਬਿੱਟੂ ਨੂੰ ਪਾ ਦਿਓ ਜੇ ਲੁਧਿਆਣੇ ਚੋਂ, ਜੇ ਅਨੰਦਪੁਰ ਸਾਹਿਬ ਚੋਂ ਮਨੀਸ਼ ਤਿਵਾੜੀ ਨੂੰ ਪਾਤੀ, ਜੇ ਪਟਿਆਲੇੋਂ ਤਾਂ ਕੈਪਟਨ ਅਮਰਿੰਦਰ ਦੀ ਧਰਮ ਪਤਨੀ ਪ੍ਰਨੀਤ ਕੌਰ ਨੂੰ ਵੋਟ ਪਾਤੀ, ਤੇ ਜੇ ਅਕਾਲੀ ਚੁਣਨਾ ਕਿਸੇ ਨੇ ਤੇ ਜਿਹੜਾ ਉਮੀਦਵਾਰ ਅਕਾਲੀਆਂ ਨੇ ਦੇਣਾ ਹੈ ਲੋਕਾਂ ਨੂੰ ਉਹਨੂੰ ਹੀ ਵੋਟ ਪਾਉਣੀ ਪੈਣੀ ਹੈ ਵੀ ਅਕਾਲੀਆਂ ਦਾ ਉਮੀਦਵਾਰ ਹੈ। ਸੋ ਮੁੱਖ ਮੰਤਰੀ ਬਣਨ ਲਈ ਕੋਈ ਟੈਸਟ ਇਮਤਿਹਾਨ ਅਜਿਹੇ ਨਹੀਂ ਦੇਣੇ ਪੈਂਦੇ। ਇਹ ਪ੍ਰਣਾਲੀ ਜ਼ਰੂਰ ਹੋਣੀ ਚਾਹੀਦੀ ਹੈ ਵੀ ਜੇ ਕਿਸੇ ਨੇ ਵਿਧਾਇਕ ਬਣਨਾ ਹੈ, ਐਮਪੀ ਬਣਨਾ ਹੈ, ਮੁੱਖ ਮੰਤਰੀ ਬਣਨਾ ਹੈ ਤਾਂ ਘੱਟੋ ਘੱਟ ਜਿਵੇਂ ਜੱਜਾਂ ਦੇ ਇਮਤਿਹਾਨ ਹੈ, ਆਈਏਐਸ ਅਫਸਰਾਂ ਦੇ ਇਮਤਿਹਾਨ ਹੈ, ਚਪੜਾਸੀ ਰੱਖਣ ਦਾ ਵੀ ਇਮਤਿਹਾਨ ਹੁੰਦਾ ਦੇਖੋ ਜੀ, ਹੈ ਜੀ, ਚਪੜਾਸੀ ਦੀ ਨੌਕਰੀ ਲਈ ਵੀ ਇਮਤਿਹਾਨ ਹੈ ਵੀ ਘੱਟੋ ਘੱਟ ਮੁੱਖ ਮੰਤਰੀ ਲਈ, ਮੰਤਰੀਆਂ ਲਈ ਵੀ ਕੋਈ ਛੋਟਾ ਮੋਟਾ ਇਮਤਿਹਾਨ ਹੀ ਰੱਖ ਦਿਓ। ਮੈਂ ਕਹਿੰਦਾ ਅਨਪੜ੍ਹ ਬੰਦਾ ਵੀ ਬਣ ਜੇ ਮੁੱਖ ਮੰਤਰੀ, ਕੋਈ ਇਤਰਾਜ਼ ਨਹੀਂ, ਅਨਪੜ੍ਹ ਬੰਦਾ ਵੀ ਸਮਝਦਾਰ ਤਾਂ ਹੁੰਦਾ ਨਾ, ਬਿਲਕੁਲ ਕੁਝ ਇਮਤਿਹਾਨ ਤਾਂ ਉਹਦਾ ਵੀ ਲੈਣਾ ਬਣਦਾ ਨਾ। ਸੋ ਕੋਈ ਪ੍ਰਣਾਲੀ ਅਜਿਹੀ ਬਣਨੀ ਚਾਹੀਦੀ ਹੈ ਤਾਂ ਕਿ ਸਾਡੇ ਮੁੱਖ ਮੰਤਰੀ, ਸਾਡੇ ਮੰਤਰੀ ਸੋਚ ਸਮਝ ਕੇ ਗੱਲਾਂ ਕਰਨ, ਬਿਲਕੁਲ ਬੇਤੁਕੀਆਂ ਗੱਲਾਂ ਨਾ ਕਰਨ। ਬਹੁਤ ਗੰਭੀਰ ਅਰਥ ਹੈ ਇਹਦਾ ਜਿਹੜੀ ਮੈਂ ਗੱਲ ਕੀਤੀ ਹੈ ਜੀ। ਖੱਟਰ ਸਾਹਿਬ ਸਾਡੇ ਬਜ਼ੁਰਗਾਂ ਸਮਾਨ ਹੈ, ਕਦੀ ਮਿਲਣਗੇ ਤੇ ਗੋਡੀ ਹੱਥ ਲਾ ਦਿਆਂਗੇ, ਕੋਈ ਇਤਰਾਜ਼ ਨਹੀਂ, ਅਸੀਂ ਹਰ ਬਜ਼ੁਰਗ ਦੇ ਗੋਡੀ ਹੱਥ ਲਾਉਂਦੇ ਹਾਂ, ਪਰ ਇਹ ਕੋਈ ਬਿਆਨ ਥੋੜੀ ਹੈ ਕਹਿੰਦੇ ਕੀ ਇਹ ਲੋਕਤੰਤਰ ਹੈ। ਇਹੀ ਤਾਂ ਲੋਕਤੰਤਰ ਹੈ ਖੱਟਰ ਸਾਹਿਬ, ਜਿਹੜੀ ਮੈਂ ਉਦਾਹਰਨ ਦਿੱਤੀ ਹੈ ਜੀ। ਜੇ ਲੋਕਤੰਤਰ ਸੀ ਤਾਂ ਹੀ ਅੰਨਾ ਹਜ਼ਾਰੇ ਦੇ ਅੰਦੋਲਨ 'ਚ ਹਜ਼ਾਰਾਂ ਲੱਖਾਂ ਲੋਕ ਜੁੜੇ, ਜੇ ਲੋਕਤੰਤਰ ਹੈ ਤਾਂ ਹੀ ਕਿਸਾਨਾਂ ਦੇ ਨਾਲ ਹਜ਼ਾਰਾਂ ਲੱਖਾਂ ਲੋਕ ਜੁੜੇ। ਅਸਲ 'ਚ ਗਗਨ ਮੈਂ ਇੱਕ ਚੀਜ਼ ਦੇਖੀ, ਕਈ ਲੋਕਾਂ ਦੇ ਨਾ ਢਿੱਡ ਵੀ ਪੀੜ ਹੁੰਦੀ ਹੈ ਜੀ ਵੀ ਕਿਸਾਨ ਧਰਨਾ ਲਾ ਰਹੇ ਨੇ, ਆਰਥਿਕ ਤੌਰ ਤੇ ਪਰੇਸ਼ਾਨ ਨੇ, ਇੰਨੇ ਔਖੇ ਨੇ, ਆਤਮ ਹੱਤਿਆਵਾਂ ਕਰ ਰਹੇ ਨੇ। ਜਿੰਨੇ ਕਿਸਾਨ ਉੱਥੇ ਬੈਠੇ ਹੈ ਮੈਂ ਦਾਅਵੇ ਨਾਲ ਕਹਿ ਸਕਦਾ ਇੱਕ ਵੱਡੀ ਗਿਣਤੀ ਉਹਨਾਂ 'ਚੋਂ ਗਗਨ ਕਰਜ਼ਈ ਹੋਊਗੀ, ਬਿਲਕੁਲ ਕਰਜ਼ੇ 'ਚ ਹੋਣਗੇ। ਲੋਕਾਂ ਦੇ ਢਿੱਡ ਪੀੜ ਕਿਉਂ ਪੈ ਰਹੀ ਹੈ ਵਿਰੋਧ ਕਰਨ ਵਾਲਿਆਂ ਦੇ ਵੀ ਉੱਥੇ ਬਦਾਮ ਵੰਡੇ ਜਾ ਰਹੇ, ਉੱਥੇ ਪਿੰਨੀਆਂ ਜਾ ਰਹੀਆਂ ਨੇ, ਉੱਥੇ ਕੰਬਲ ਜਾ ਰਹੇ ਨੇ, ਉੱਥੇ ਟੈਂਟ ਲੱਗ ਗਏ, ਉੱਥੇ ਟਰਾਲੀਆਂ 'ਚ ਹੈ, ਉੱਥੇ ਲੰਗਰ ਦੀ ਸੇਵਾ। ਇਹੀ ਤਾਂ ਪੰਜਾਬ ਹੋਣਾ, ਇਹੀ ਤਾਂ ਪੰਜਾਬੀਅਤ ਹੈ, ਬਿਲਕੁਲ। ਇਸੇ ਕਰਕੇ ਤਾਂ ਕਹਿੰਦੇ ਨੇ ਨਾ ਵੀ ਪੰਜਾਬੀ ਦਲੇਰ ਵੀ ਨੇ, ਪੰਜਾਬੀ ਖੁਸ਼ ਮਿਜ਼ਾਜ ਵੀ ਨੇ, ਤੇ ਪੰਜਾਬੀ ਜੰਗਾਂ ਵੀ ਇਸੇ ਕਰਕੇ ਜਿੱਤਦੇ ਨੇ ਕਿਉਂਕਿ ਇਕੱਠੇ ਹੋ ਜਾਂਦੇ ਨੇ ਜਦੋਂ ਭੀੜ ਪੈਂਦੀ ਹੈ ਜੀ, ਹੈ ਜੀ। ਸੋ ਇਸ ਕਰਕੇ ਢਿੱਡ ਪੀੜ ਲੋਕਾਂ ਦੇ ਬਹੁਤਿਆਂ ਦੇ ਇਸ ਕਰਕੇ ਪੈਂਦੀ ਹੈ ਵੀ ਇਹ ਅੰਦੋਲਨ ਹੈ ਨਾ ਸੰਗਠਿਤ ਕਿਉਂ ਹੋ ਗਿਆ। ਕੋਈ ਕਹੀ ਜਾਂਦਾ ਜੀ ਕੈਨੇਡਾ ਤੋਂ ਪੈਸਾ ਆਈ ਜਾਂਦਾ, ਜੇ ਕੈਨੇਡਾ ਤੋਂ ਪੈਸਾ ਆਈ ਜਾਂਦਾ ਉਹ ਵੀ ਸਾਡੇ ਪੰਜਾਬ ਵਾਲੇ ਗਏ ਆ ਨਾ, ਬਿਲਕੁਲ, ਹੈ ਜੀ। ਉਹ ਕਿਸੇ ਕੋਈ ਬੇਗਾਨਾ ਸਾਨੂੰ ਕੋਈ ਅੰਗਰੇਜ਼ ਥੋੜੀ ਡਾਲਰ ਪਾਈ ਜਾਂਦਾ ਜੀ, ਪੰਜਾਬੀ ਨੇ ਨਾ ਜਿਹੜੇ ਉੱਥੇ ਬੈਠੇ ਨੇ ਕੈਨੇਡਾ ਅਮਰੀਕਾ 'ਚ। ਹਾਂ ਜੇ ਕੋਈ ਮਾੜਾ ਬੰਦਾ ਪੈ ਰਿਹਾ, ਮਾੜੇ ਬੰਦੇ ਤਾਂ ਇੰਡੀਆ 'ਚ ਵੀ ਬਹੁਤ ਹੈ, ਸਾਡੀਆਂ ਕਿਹੜਾ ਜੇਲ੍ਹਾਂ ਖਾਲੀ ਨੇ, ਭਰੀਆਂ ਪਈਆਂ, ਬਿਲਕੁਲ। ਵਿੱਚ ਵਿਚਾਰੇ ਜਾਇਜ਼ ਵੀ ਨੇ, ਨਜਾਇਜ਼ ਵੀ ਨੇ, ਕਿਉਂਕਿ ਸਾਡਾ ਸਿਸਟਮ ਗੰਦਲਾ, ਬਿਲਕੁਲ ਨਜਾਇਜ਼ ਵੀ ਬਹੁਤ ਨੇ ਜੇਲ੍ਹਾਂ 'ਚ। ਸੋ ਇਸ ਕਰਕੇ ਮਾੜੇ ਵਿਅਕਤੀ ਹਰ ਦੁਨੀਆ 'ਚ ਹਰ ਕਿਤੇ ਹੈ। ਜੇ ਬਾਹਰੋਂ ਮਾੜਾ ਕੋਈ ਗਲਤ ਪੈਸੇ ਭੇਜਦਾ ਉਹਨੂੰ ਪਛਾਣ ਲਓ, ਇਸੇ ਕਰਕੇ ਤਾਂ ਸਰਕਾਰ ਬਣਾਈ ਹੈ ਆਪਾਂ, ਬਿਲਕੁਲ, ਹੈ ਨਹੀਂ। ਤੇ ਜਿਵੇਂ ਸਕੂਲ ਆਪਾਂ ਜਾਂਦੇ ਹਾਂ, ਸਕੂਲ ਆਪਾਂ ਪੜ੍ਹਨ ਲਿਖਣ ਜਾਂਦੇ ਹਾਂ, ਇਕੱਲੀ ਫੱਟੀ ਪੋਚਣ ਥੋੜੀ ਜਾਂਦੇ ਹਾਂ ਜੀ। ਅਸੀਂ ਦੇਖਦੇ ਸੀ ਕਈ ਸਾਡੇ ਨਾਲ ਉਹ ਹੁੰਦੇ ਸੀ, ਉਹਨਾਂ ਨੇ ਫੱਟੀ ਪੋਚਦੇ ਰਹਿਣਾ ਵੀ ਸੁੱਕੀ ਨਹੀਂ ਮਾਸਟਰ ਜੀ ਗਿੱਲੀ ਹੈ ਵੀ, ਜੇ ਸੁੱਕੂਗੀ ਤਾਂ ਕੁਝ ਲਿਖਾਂਗੇ, ਜਦ ਨੂੰ ਪੀਰੀਅਡ ਖਤਮ ਹੋ ਜਾਂਦਾ ਸੀ ਮਾਸਟਰ ਵੀ ਚਲਾ ਜਾਂਦਾ ਸੀ, ਬਿਲਕੁਲ। ਸੋ ਬਹਾਨੇਬਾਜ਼ ਜਾਂ ਜਿਹਨੂੰ ਆਪਾਂ ਨਲਾਇਕ ਕਹਿ ਦਈਏ ਉਹ ਦੁਨੀਆ ਦੇ ਹਰ ਮੁਲਕ 'ਚ ਹਰ ਵਸੋਂ 'ਚ ਨੇ। ਸੋ ਇਸ ਕਰਕੇ ਆ ਖੱਟਰ ਸਾਹਿਬ ਨੇ ਜਿਹੜੀ ਗੱਲ ਕੀਤੀ ਹੈ ਵੀ ਇਹ ਤਮਾਸ਼ਾ ਚੱਲ ਰਿਹਾ, ਇਹ ਤਮਾਸ਼ਾ ਨਹੀਂ ਚੱਲ ਰਿਹਾ ਖੱਟਰ ਸਾਹਿਬ, ਇਹ ਬੜੀ ਗੰਭੀਰਤਾ ਨਾਲ ਗੱਲ ਹੋ ਰਹੀ ਹੈ। ਔਰ ਮੈਨੂੰ ਇਹ ਵੀ ਪਤਾ ਲੱਗਿਆ, ਦੇਖੋ ਦੁਸ਼ਯੰਤ ਚੌਟਾਲਾ ਇਹਨਾਂ ਦਾ ਡਿਪਟੀ ਮੁੱਖ ਮੰਤਰੀ ਹੈ ਹਰਿਆਣੇ ਵਾਲਿਆਂ ਦਾ ਜੀ, ਕਹਿੰਦੇ ਉਹਦਾ ਹੈਲੀਪੈਡ ਬਣਿਆ ਸੀ, ਉਹ ਥਾਂ ਹੀ ਪੱਟਤੀ ਲੋਕਾਂ ਨੇ ਜੀ। ਹੁਣ ਦੇਖੋ ਮਨੋਹਰ ਲਾਲ ਖੱਟਰ ਤਾਂ ਕਹਿੰਦਾ ਸੀ ਪੰਜਾਬ ਦੇ ਕਿਸਾਨ ਅੰਦੋਲਨ ਤੇ ਸਵਾਲ ਖੜੇ ਕਰਦਾ ਸੀ ਮਨੋਹਰ ਲਾਲ ਖੱਟਰ ਜੀ। ਹੁਣ ਹਰਿਆਣੇ 'ਚ ਤੁਹਾਡੇ ਹੈਲੀਪੈਡ ਪੱਟੀ ਜਾਂਦੇ ਕਿਸਾਨ, ਤੁਸੀਂ ਕੈਪਟਨ ਤੇ ਨਿਸ਼ਾਨਾ ਸਾਧੀ ਜਾਂਦੇ ਸੀ ਵੀ ਕੈਪਟਨ ਨੇ ਮੇਰਾ ਫੋਨ ਨਹੀਂ ਚੱਕਿਆ, ਤੇ ਕੈਪਟਨ ਗੁੰਮਰਾਹ ਕਰੀ ਜਾਂਦਾ ਕਿਸਾਨਾਂ ਨੂੰ ਜੀ। ਹੁਣ ਹਰਿਆਣੇ ਵਾਲਿਆਂ ਨੂੰ ਫਿਰ ਗੁੰਮਰਾਹ ਕਰ ਗਿਆ ਕੈਪਟਨ। ਸੋ ਇਸ ਕਰਕੇ ਨਾ ਜੀ ਇਹ ਕਿਸਾਨ ਅੰਦੋਲਨ ਨੂੰ ਤਾਰ ਕਰਨ ਦੀਆਂ ਕੋਸ਼ਿਸ਼ਾਂ ਵੀ ਗਗਨ ਜੀ ਬਹੁਤ ਜ਼ਿਆਦਾ ਹੋ ਰਹੀਆਂ ਨੇ, ਅਜਿਹੀਆਂ ਨਹੀਂ ਹੋਣੀਆਂ ਚਾਹੀਦੀਆਂ। ਖੱਟਰ ਵਰਗੇ ਜਿਹੜੇ RSS ਨਾਲ ਜੁੜੇ ਹੋਏ ਲੋਕ ਨੇ, ਇੰਨੀ ਉਮਰ ਜਿਨ੍ਹਾਂ ਨੇ ਚੰਗੀ ਸੋਚ ਦੇ ਨਾਲ ਅੱਗੇ ਗੁਜ਼ਾਰੀ ਹੈ ਜੀ। ਮੈਂ RSS ਨੂੰ ਵੀ ਦੇਸ਼ ਭਗਤ ਜਥੇਬੰਦੀ ਮੰਨਦਾ, ਕੁਝ ਵਿਚਾਰਕ ਮਤਭੇਦ ਹੈਗੇ ਨੇ RSS ਦੇ, ਕੁਝ ਹੋਰ ਜਿਹੜੇ ਸੰਸਥਾਵਾਂ ਨੇ ਉਹਨਾਂ ਦੇ ਨਾਲ, ਉਹ ਲੋਕਤੰਤਰ 'ਚ ਸੁਭਾਵਿਕ ਹੈ। ਲੋਕਤੰਤਰ 'ਚ ਕੋਈ ਵੀ ਸੰਸਥਾ ਸਾਰਿਆਂ ਨੂੰ ਖੁਸ਼ ਨਹੀਂ ਕਰ ਸਕਦੀ ਜੀ, ਤੇ ਕਿਸੇ ਸੰਸਥਾ ਤੋਂ ਸਾਰੇ ਲੋਕ ਨਹੀਂ ਖੁਸ਼ ਹੋ ਸਕਦੇ, ਤੇ ਜ਼ਰੂਰੀ ਨਹੀਂ ਉਹ ਸੰਸਥਾ ਵੀ ਸਾਰੇ ਲੋਕਾਂ ਤੋਂ ਖੁਸ਼ ਹੋਵੇ। RSS ਨੂੰ ਵੀ ਦਿੱਕਤ ਹੋਣੀ ਕਈ ਲੋਕਾਂ ਤੋਂ। ਸੋ ਇਹੀ ਡੈਮੋਕ੍ਰੇਸੀ ਹੈ ਸਾਡੀ, ਹਰ ਵਿਚਾਰ, ਹਰ ਧਰਮ, ਹਰ ਕੌਮ, ਹਰ ਭਾਈਚਾਰਾ, ਇਹ ਹਿੰਦੁਸਤਾਨ ਸਾਰਿਆਂ ਦਾ ਸਾਂਝ ਹੈ। ਇਹ ਲੋਕਤੰਤਰ ਤਾਂ ਹੀ ਬਣਿਆ, ਨਹੀਂ ਤਾਂ ਇਹ ਲੋਕਤੰਤਰ ਥੋੜੀ ਹੋਣਾ ਸੀ, ਇਹ ਕੋਈ ਹੋਰ ਤੰਤਰ ਹੋਣਾ ਸੀ, ਬਿਲਕੁਲ।
ਤੇ ਡੱਲਾ ਜੀ, ਜਿਸ ਤਰ੍ਹਾਂ ਦਾ ਬਿਆਨ ਖੱਟੜ ਸਾਹਿਬ ਹੋਣਾ ਦਾ ਆਇਆ ਕਿ ਕੀ ਇਹ ਲੋਕਤੰਤਰ ਹੈ, ਬੀਤੇ ਦਿਨੀ ਵੀ ਇੱਕ ਭਾਜਪਾ ਆਗੂ ਦਾ ਬਿਆਨ ਸੀ ਕਿ ਟੂ ਮੱਚ ਡੈਮੋਕ੍ਰੇਸੀ ਦਾ ਫਾਇਦਾ ਚੁੱਕ ਰਹੇ ਨੇ ਕਿਸਾਨ। ਇਹ ਟੂ ਮੱਚ ਡੈਮੋਕ੍ਰੇਸੀ ਮੈਨੂੰ ਲੱਗਦਾ ਕਿ ਇਸੇ ਦੇ ਨਾਲ ਰਲਦੀ ਮਿਲਦੀ ਹੈ। ਬਿਲਕੁਲ ਬਿਲਕੁਲ, ਟੂ ਮੱਚ ਡੈਮੋਕ੍ਰੇਸੀ ਦਾ ਕੀ ਮਤਲਬ? ਡੈਮੋਕ੍ਰੇਸੀ ਤਾਂ ਮੈਂ ਕਹਿੰਦਾ ਲੋਕਤੰਤਰ ਤਾਂ ਸਾਡਾ ਕਈ ਗੱਲਾਂ ਨੂੰ ਲੈ ਕੇ ਲੋਕਤੰਤਰ ਨੂੰ ਖਤਰੇ 'ਚ ਪਾਇਆ ਜਾਂਦਾ। ਅਸੀਂ ਤਾਂ ਲੋਕਤੰਤਰ ਨੂੰ ਬਚਾਉਣਾ ਹੈ ਜੀ, ਲੋਕਤੰਤਰ ਨੂੰ ਬਚਾਉਣਾ ਹੈ। ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਇਹਨਾਂ ਨੇ ਆਪਣੀਆਂ ਜਾਨਾਂ ਇਸੇ ਲੋਕਤੰਤਰ ਕਰਕੇ ਵਾਰੀਆਂ ਨੇ ਜੀ। ਤੇ ਡੱਲਾ ਜੀ, ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਨੇ ਅੱਜ ਗ੍ਰਹਿ ਮੰਤਰੀ ਦੇ ਨਾਲ ਬੈਠ ਕੇ ਵਰਚੁਅਲ ਮੀਟਿੰਗ ਕਿਸਾਨਾਂ ਦੇ ਨਾਲ ਕਰਨੀ ਆ। ਕਹਿੰਦੇ ਕਿ ਕਰੋੜਾਂ ਰੁਪਈਆ ਜਿਹੜਾ ਵੰਡਿਆ ਜਾਣਾ ਕਿਸਾਨਾਂ ਨੂੰ। ਦੇਖੋ, ਇਹ ਅੱਜ ਮਹਰੌਲੀ ਦੇ ਵਿੱਚ ਦਿੱਲੀ ਦੇ ਅੱਜ ਰੈਲੀ ਆ, 12 ਵਜੇ ਸ਼ੁਰੂ ਹੋਣੀ। ਅਮਿਤ ਸ਼ਾਹ ਵੀ ਬੈਠਣਗੇ ਉੱਥੇ ਅਮਿਤ ਸ਼ਾਹ ਦੇ ਨਾਲ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਵੀ ਹੋਣਗੇ। ਦੇਖੋ, ਅੱਜ 9,000 ਕਰੋੜ ਕਿਸਾਨਾਂ ਨੂੰ 18,000 ਕਰੋੜ ਰੁਪਇਆ ਦੇਣਾ ਜੀ, ਔਰ ਇਹ ਠੀਕ ਹੈ, ਇਹ ਲੋਕਤੰਤਰ ਹੈ, ਲੋਕਾਂ ਦਾ ਪੈਸਾ ਹੈ, ਟੈਕਸਾਂ ਦੇ ਰੂਪ 'ਚ ਸਰਕਾਰਾਂ ਕੋਲੇ। ਸਰਕਾਰ ਦਾ ਮਕਸਦ ਬੇਸਿਕਲੀ ਇਹੀ ਹੈ ਕਿ ਸਰਕਾਰ ਟੈਕਸਾਂ ਦੇ ਰੂਪ 'ਚ ਇਕੱਠੇ ਪੈਸੇ ਨੂੰ ਡਿਵੈਲਪਮੈਂਟ ਤੇ ਲਾਵੇ, ਲੋਕਾਂ ਦੇ ਵੈਲਫੇਅਰ ਤੇ ਲਾਵੇ। ਕਿਸਾਨਾਂ ਦੀ ਆਰਥਿਕ ਹਾਲਤ ਮਾੜੀ ਹੈ, 2,000 ਦੇ ਰਹੇ ਨੇ, ਮੈਂ ਤਾਂ ਕਹੂੰਗਾ ਘੱਟੋ ਘੱਟ 12,000 ਰੁਪਇਆ ਜਾਂ 20,000 ਰੁਪਇਆ ਕਿਸਾਨਾਂ ਨੂੰ ਦੇਣਾ ਚਾਹੀਦਾ ਹੈ। ਔਰ ਮੈਂ ਇੱਥੋਂ ਤੱਕ ਵੀ ਮੇਰਾ ਵਿਚਾਰ ਹੈ ਕਿ ਇਹਨੂੰ ਇਹ ਨਾ ਅਸੀਂ ਸਮਝੀਏ ਕਿ ਅਸੀਂ ਲਾਭ ਵੰਡ ਰਹੇ ਹਾਂ ਕਿਸਾਨਾਂ ਨਾਲ, ਵਿੱਤੀ ਲਾਭ ਦੇ ਰਹੇ ਹਾਂ। ਨਹੀਂ, ਅਸੀਂ ਇਹ ਮੰਨੀਏ ਵੀ ਇਹ ਕਿਸਾਨਾਂ ਦੀ ਵੀ ਤਨਖਾਹ ਹੈ ਜਿਹੜੀ ਬਣਦੀ ਬਹੁਤ ਜ਼ਿਆਦਾ, ਪਰ ਅਸੀਂ 2,000 ਰੁਪਇਆ ਦੇ ਰਹੇ ਹਾਂ, ਉਹ ਵੀ 4 ਮਹੀਨਿਆਂ ਦਾ ਜੀ, 6,000 ਸਾਲ 'ਚ ਦੇਣਾ। ਸੋ ਅਸੀਂ ਇਹ ਮੰਨੀਏ ਵੀ ਅਸੀਂ ਕਿਸਾਨਾਂ ਨੂੰ ਤਨਖਾਹ ਦੇ ਰਹੇ ਹਾਂ 2,000 ਰੁਪਏ ਪ੍ਰਤੀ 4 ਮਹੀਨੇ, ਔਰ ਬਹੁਤ ਥੋੜੀ ਹੈ, ਔਰ ਸਾਰੇ ਕਿਸਾਨਾਂ ਨੂੰ ਨਹੀਂ ਦੇ ਰਹੇ। ਇਹ ਸਾਨੂੰ ਮੰਨਣ ਦੀ ਲੋੜ ਹੈ। ਬਿਲਕੁਲ, ਅਸਲ 'ਚ ਸਥਿਤੀਆਂ ਤਾਂ ਠੀਕ ਹੋਣਗੀਆਂ ਜੀ। ਤੇ ਡੱਲਾ ਜੀ, ਇਸ ਦੇ ਨਾਲ ਹੀ ਕਿਸਾਨ ਜਥੇਬੰਦੀਆਂ ਦੇ IT ਸੈੱਲ ਦੇ ਵੱਲੋਂ ਬੀਤੇ ਦਿਨੀ ਕਿਸਾਨ ਜਥੇਬੰਦੀਆਂ ਨੇ 10,000 ਦੇ ਕਰੀਬ ਲੋਕਾਂ ਨੂੰ ਸੰਬੋਧਨ ਕੀਤਾ ਵਰਚੁਅਲ ਤਰੀਕੇ ਨਾਲ। ਜਿੱਦਾਂ ਸਰਕਾਰਾਂ ਮੀਟਿੰਗਾਂ ਚਲਾਉਂਦੀਆਂ ਨੇ, ਉੱਦਾਂ ਕਿਸਾਨਾਂ ਦੇ ਆਗੂ ਬੈਠੇ ਸੀ, ਉਹਨਾਂ ਨੇ ਸਵਾਲਾਂ ਦੇ ਜਵਾਬ ਦਿੱਤੇ ਨੇ। ਬੜੀ ਗੰਭੀਰਤਾ ਦੇ ਨਾਲ ਗੱਲਬਾਤ ਹੋਈ ਆ, ਹਰ ਇੱਕ ਦੇ ਸ਼ੰਕੇ ਕੱਢਣ ਦੀ ਕੋਸ਼ਿਸ਼ ਕੀਤੀ। ਨਹੀਂ, ਬਿਲਕੁਲ। ਦੇਖੋ, ਪੰਜਾਬ ਦੇ ਪੁੱਤ ਜੇ ਬਾਹਰ ਜਾ ਕੇ ਪੜ੍ਹ ਸਕਦੇ ਨੇ, ਕੈਨੇਡਾ 'ਚ ਝੰਡੇ ਗੱਡ ਸਕਦੇ ਨੇ, ਅਮਰੀਕਾ, ਆਸਟ੍ਰੇਲੀਆ। ਮੈਂ ਸੁਣ ਰਿਹਾ ਸੀ ਢੇਸੀ ਉਹਨਾਂ ਦਾ ਬਿਆਨ ਵੀ, ਕਹਿੰਦੇ ਅਸੀਂ ਆਪਣੇ ਪ੍ਰਾਈਮ ਮਿਨਿਸਟਰ ਨੂੰ ਪਾਰਲੀਮੈਂਟ 'ਚ ਕਵਾਂਗੇ ਕਿ ਉਹ ਜਦੋਂ ਗਣਤੰਤਰ ਦਿਵਸ ਦੀ ਪਰੇਡ ਤੇ ਜਾਣ ਭਾਰਤ, ਤੇ ਜ਼ਰੂਰ ਪ੍ਰਧਾਨ ਮੰਤਰੀ ਹੋਣਾ ਅੱਗੇ ਕਿਸਾਨਾਂ ਦੀ ਗੱਲ ਰੱਖਣ। ਹੁਣ ਕਿਸਾਨਾਂ ਦੇ ਪੁੱਤ IT ਵੀ ਕਰਦੇ ਨੇ, ਇੰਜੀਨੀਅਰ ਵੀ ਨੇ, ਅੰਗਰੇਜ਼ੀ ਵੀ ਬੋਲਦੇ ਨੇ, ਹਾਂਜੀ। ਇਹ ਮੈਂ ਇੱਕ ਦਿਨ ਹੱਸਦਾ ਸੀ TV ਤੇ, ਮੈਂ ਸੁਣ ਕੇ, ਉਹ ਪੱਤਰਕਾਰ ਇੱਕ ਬੀਬੀ ਸਵਾਲ ਕਰ ਰਹੀ ਸੀ ਵੀ ਕਿਸਾਨ ਵੀ ਅੰਗਰੇਜ਼ੀ ਬੋਲਦੇ ਨੇ। ਬੀਬੀ, ਕਿਸਾਨ ਤਾਂ ਫ੍ਰੈਂਚ ਵੀ ਬੋਲਦੇ ਨੇ, ਕਿਸਾਨ ਸਾਡੇ ਫ੍ਰੈਂਚ ਬੋਲਦੇ ਨੇ, ਜਰਮਨ ਬੋਲਦੇ ਨੇ, ਸਪੈਨਿਸ਼ ਬੋਲਦੇ ਨੇ, ਹਾਂਜੀ, ਬਿਲਕੁਲ, ਚਾਈਨਾ ਦੀ ਲੈਂਗੁਏਜ ਬੋਲਦੇ ਨੇ। ਇਹ ਤਾਂ ਜੇ ਇਹੋ ਜਿਹੇ ਲੋਕਾਂ ਦਾ ਜਿਨ੍ਹਾਂ ਨੂੰ ਪਤਾ ਹੀ ਨਹੀਂ ਵੀ ਪੰਜਾਬ 'ਚ ਕਿਹੜੀ ਕਿਹੜੀ ਭਾਸ਼ਾ ਸਿੱਖ ਕੇ ਲੋਕ ਬਾਹਰ ਜਾਂਦੇ ਨੇ, ਜੇ ਪੰਜਾਬ ਇਹੋ ਜਿਹੇ ਲੋਕਾਂ ਦਾ ਗੇੜਾ ਲਵਾ ਦਈਏ ਤੇ ਉਹ ਚੱਕਰ ਖਾ ਕੇ ਡਿੱਗ ਜਾਣ। ਬਿਲਕੁਲ, ਥੋੜਾ ਥੁਲਾ ਕਰਾਉਣਾ ਪੈਣਾ ਉਹਨਾਂ ਨੂੰ ਕਿਸੇ ਸਿਆਣੇ ਤੋਂ, ਉਹਨਾਂ ਦਾ। ਸੋ ਇਹ ਪਤਾ ਨਹੀਂ ਕਿਹੜੀ ਦੁਨੀਆ 'ਚ ਲੋਕ ਸਮਝਦੇ ਨੇ ਵੀ ਪੰਜਾਬ ਦੀ ਕਿਸਾਨੀ ਵੀ ਇਹ ਅਨਪੜ੍ਹ ਹੈ। ਖਰੇ ਜੀ, ਅਜਿਹਾ ਨਹੀਂ ਹੈ, ਪੜ੍ਹੇ ਲਿਖੇ ਕਿਸਾਨ ਨੇ। ਔਰ ਪੰਜਾਬ ਦੇ ਕਿਸਾਨਾਂ ਦੇ ਪੁੱਤ ਨੇ, ਉਹ IT ਦੇਖੋ, ਉਹਨਾਂ ਨੇ IT ਸੈੱਲ ਬਣਾਤਾ ਉੱਥੇ। ਬਿਲਕੁਲ, ਅਖਬਾਰ ਕੱਢਤਾ ਜੀ ਉੱਥੇ, ਹਾਂਜੀ। ਟਰਾਲੀ ਟਾਈਮਸ ਦੇਖੋ ਕਿੰਨਾ ਜਚਿਆ ਨਾਮ ਜੀ, ਮੈਂ ਨਾਮ ਪੜ੍ਹ ਕੇ ਬੜਾ ਖੁਸ਼ ਹੋ ਰਿਹਾ ਸੀ, ਟਰਾਲੀ ਟਾਈਮਸ। ਹੌਲੀ ਹੌਲੀ ਇਹ ਸਾਰੇ ਅਖਬਾਰ ਸਾਡੇ ਹੋਰ ਆਉਣਗੇ। ਬਿਲਕੁਲ, ਔਰ IT ਸੈੱਲ ਹੈ, ਉਹ ਮੁਕਾਬਲਾ ਕਰੂਗਾ। IT ਸੈੱਲ 'ਚ ਕਿੰਨੇ ਪੜ੍ਹੇ ਲਿਖੇ ਮੁੰਡੇ ਇੰਜੀਨੀਅਰ ਉੱਥੇ ਬੈਠੇ ਨੇ, ਕੋਈ BCA ਵਾਲਾ, ਕੰਪਿਊਟਰ ਐਪਲੀਕੇਸ਼ਨ ਵਾਲਾ ਮੁੰਡਾ ਨੌਜਵਾਨ ਉੱਥੇ ਬੈਠਾ ਹੈ, ਔਰ ਇਹ ਸਾਰੇ ਮੁਕਾਬਲਾ ਕਰ ਰਹੇ ਨੇ। ਟਵਿੱਟਰ ਕੀ ਹੋ ਗਿਆ ਅੱਜ ਕੱਲ੍ਹ, ਇੱਕ ਹੋਰ ਵੀ ਬਣਦਾ ਹੁੰਦਾ ਜਿਹਦੇ ਤੇ ਉਹ ਸਟੋਰੀ ਪਾਉਂਦੇ ਆ ਜੀ। ਕਾਹਦੇ ਤੇ ਪਾਉਂਦੇ? ਇੰਸਟਾਗ੍ਰਾਮ। ਮੇਰਾ ਅਕਾਊਂਟ ਨਹੀਂ ਹੈਗਾ ਇੰਸਟਾਗ੍ਰਾਮ ਤੇ, ਮੈਂ ਵੀ ਬਣਾਉਣਾ ਕਿਸੇ ਟਾਈਮ। ਮੈਂ ਵੀ ਵਿਹਲਾ ਜਿਹਾ ਟਾਈਮ ਕੱਢ ਕੇ ਗਗਨ ਜੀ ਸਿੱਖਦਾ ਜੀ। ਤੇ ਡੱਲਾ ਜੀ, ਇਸ ਦੇ ਨਾਲ ਹੀ ਬੀਤੇ ਦਿਨ ਹੀ ਰਾਹੁਲ ਗਾਂਧੀ ਹੋਣੇ ਵੀ ਗਏ ਸੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਹੋਣਾ ਨੂੰ ਮਿਲਣ। ਉਸ ਤੋਂ ਬਾਅਦ ਉਹਨਾਂ ਨੇ ਇੱਕ ਮਾਰਚ ਕੱਢਣਾ ਸੀ, ਹਾਲਾਂਕਿ ਉਸ ਤੋਂ ਬਾਅਦ ਹਿਰਾਸਤ ਦੇ ਵਿੱਚ ਲਿਆ ਗਿਆ। ਪ੍ਰਿਯੰਕਾ ਗਾਂਧੀ ਇਹਨਾਂ ਦੇ ਨਾਲ ਸੀ, ਰਾਹੁਲ ਗਾਂਧੀ ਸੀ, ਮਹਾਰਾਣੀ ਪ੍ਰਨੀਤ ਕੌਰ, ਰਵਨੀਤ ਬਿੱਟੂ, ਇਹ ਸਾਰਿਆਂ ਨੂੰ ਬਾਅਦ 'ਚ ਹਿਰਾਸਤ ਦੇ ਵਿੱਚ ਵੀ ਲਿਆ ਗਿਆ। ਬੀਤੇ ਦਿਨ ਜੋ ਕੁਝ ਹੋਇਆ ਉਹਨੂੰ ਕਿੱਦਾਂ ਵੇਖ ਰਹੇ ਹੋ? ਦੇਖੋ, ਜਿਹੜੇ ਹਿਰਾਸਤ 'ਚ ਲੈ ਗਏ ਸੀ ਇਹਨਾਂ ਨੂੰ ਤਾਂ ਬਾਅਦ 'ਚ ਛੱਡਤਾ ਜੀ। ਇਹ ਜਦੋਂ MPਆਂ MLA ਨੂੰ ਕਿਸੇ ਇਲਾਕੇ ਦੀ ਪੁਲਿਸ ਜੀ ਇਸ ਤਰ੍ਹਾਂ ਵਾਇਲੇਸ਼ਨ ਲਈ ਹਿਰਾਸਤ 'ਚ ਲੈਂਦੀ ਆ, ਉਹਨਾਂ ਨੂੰ ਆਮ ਤੌਰ ਤੇ ਛੇਤੀ ਛੱਡ ਦਿੰਦੇ ਨੇ। ਜੇ ਇਹੀ ਸਾਡੇ ਆਮ ਲੋਕ ਫੜੇ ਹੁੰਦੇ, ਫਿਰ ਉਹਨਾਂ ਨੇ ਰਾਤ ਨੂੰ ਛੱਡਣਾ ਸੀ ਜਾਂ ਪਰਚਾ ਹੀ ਦੇ ਦਿੰਦੇ ਉਹਨਾਂ ਤੇ 144 ਧਾਰਾ ਦੇ ਉਲੰਘਣ ਦਾ। ਬਿਲਕੁਲ। ਸੋ ਉਹਨਾਂ ਨੂੰ ਛੱਡਤਾ ਥੋੜੀ ਦੇਰ ਬਾਅਦ, ਕਿਉਂਕਿ ਸਾਰੇ ਪਾਰਲੀਮੈਂਟ ਦੇ ਮੈਂਬਰ ਨੇ, ਉਹਨਾਂ ਦੇ ਨਾਲ ਸੰਗਠਨ ਦੇ ਵੱਡੇ ਲੀਡਰ ਵੀ ਨੇ। ਰਾਸ਼ਟਰਪਤੀ ਨੂੰ ਰਾਹੁਲ ਗਾਂਧੀ ਨੇ
ਔਰ ਜਿਹੜੇ ਪ੍ਰਿੰਕਾ ਗਾਂਧੀ ਨੇ ਔਰ ਕਾਂਗਰਸ ਦੀ ਹੋਰ ਲੀਡਰਸ਼ਿਪ ਹੈ, ਇਹਨਾਂ ਨੇ ਮਾਰਚ ਕੱਢਣਾ ਸੀ। ਮਾਰਚ ਕੱਢਣ ਤੋਂ ਉਹਨਾਂ ਨੇ ਰੋਕਤਾ, ਕਹਿੰਦੇ ਅਸੀਂ ਤੁਹਾਨੂੰ ਮਾਰਚ ਨਹੀਂ ਕੱਢਣ ਦੇਣਾ ਜੀ। ਇਸ ਕਰਕੇ ਫਿਰ ਉਹਨਾਂ ਨੂੰ ਹਿਰਾਸਤ 'ਚ ਲਿਆ। ਪਰ ਉਹਨਾਂ ਦੀ ਜਿਹੜੀ ਮੈਂ ਕਹੂੰਗਾ ਕਿ ਜਿਹੜੇ ਯਤਨ ਹੋਇਆ ਉਹਨਾਂ ਦਾ, ਜੀ ਇਹ ਯਤਨ ਕਿਤੇ ਨਾ ਕਿਤੇ ਅਜਿਹਾ ਹੋਣਾ ਚਾਹੀਦਾ। ਰਾਸ਼ਟਰਪਤੀ ਕੋਲੇ ਦੇਖੋ ਜਾਣਾ ਹਰੇਕ ਦਾ ਹੱਕ ਹੈ। ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਰਾਸ਼ਟਰਪਤੀ ਕੋਲ ਸਮਾਂ ਲੈਣਾ ਚਾਹ ਰਹੇ ਸੀ, ਰਾਸ਼ਟਰਪਤੀ ਕੋਲ ਮਿਲਣ ਦਾ, ਉਹ ਸਮਾਂ ਨਹੀਂ ਮਿਲਿਆ। ਔਰ ਮੈਂ ਬਾਰ-ਬਾਰ ਫੇਰ ਕਹਿਣਾ ਕਿ ਭਾਵੇਂ ਸਾਡੇ ਕਿਸਾਨ ਨੇ, ਭਾਵੇਂ ਮੁੱਖ ਮੰਤਰੀ ਨੇ, ਜਦੋਂ ਕੇਂਦਰ ਦੇ ਨਾਲ ਮੀਟਿੰਗਾਂ ਦਾ ਦੌਰ ਸ਼ੁਰੂ ਹੁੰਦਾ ਹੈ, ਜਿਹੜੇ ਖੇਤੀਬਾੜੀ ਦੇ ਕਾਨੂੰਨ ਪੰਜਾਬ ਨੇ ਪਾਸ ਕੀਤੇ ਨੇ, ਉਹ ਵੀ ਮੰਗ ਵਿੱਚ ਰੱਖ ਲੈਣੀ ਚਾਹੀਦੀ ਹੈ ਕਿ ਸਾਡੇ ਪੰਜਾਬ ਦੇ ਪਾਸ ਕੀਤੇ ਖੇਤੀ ਕਾਨੂੰਨਾਂ ਨੂੰ ਰਾਸ਼ਟਰਪਤੀ ਤੇ ਗਵਰਨਰ ਮੋਹਰ ਲਾਉਣ। ਜੀ। ਪੰਜਾਬ ਦੀ ਵਿਧਾਨ ਸਭਾ ਕੋਲੇ ਕਾਨੂੰਨ ਬਣਾਉਣ ਦਾ ਹੱਕ ਹੈ। ਜੇ ਗਗਨ ਅੱਜ ਅਸੀਂ ਇਹ ਗੱਲ ਨੂੰ ਅੱਗੇ ਨਾ ਲਿਜਾ ਸਕੇ ਤੇ ਅਸੀਂ ਇਹ ਸੋਚਣ ਲੱਗੇ ਵੀ ਪੰਜਾਬ ਦੀ ਵਿਧਾਨ ਸਭਾ ਨੇ ਕਾਨੂੰਨ ਪਾਸ ਕੀਤੇ ਸੀ, ਨਾ ਗਵਰਨਰ ਸਾਹਿਬ ਨੇ ਮੋਹਰ ਸਾਈਨ ਕੀਤੇ, ਨਾ ਰਾਸ਼ਟਰਪਤੀ ਨੇ ਸਾਈਨ ਕੀਤੇ, ਵੀ ਪੰਜਾਬ ਦੇ ਵਿਧਾਨ ਸਭਾ 'ਚ ਕਾਨੂੰਨ ਬਣਾਉਣ ਦਾ ਕੋਈ ਬੁੱਲ ਨਹੀਂ, ਇਹ ਸੁਨੇਹਾ ਜਾਊ ਜੀ। ਉਹ ਕੋਈ ਮੰਗ ਹੀ ਨਹੀਂ ਚੱਕ ਰਹੀ ਜਥੇਬੰਦੀਆਂ ਨੂੰ ਇਹ ਮੰਗ ਜ਼ਰੂਰ ਚੱਕਣੀ ਚਾਹੀਦੀ ਹੈ। ਪੰਜਾਬ ਦੀ ਵਿਧਾਨ ਸਭਾ ਸੰਘੀ ਢਾਂਚੇ ਦੇ ਵਿੱਚ ਮੁਲਕ ਦੇ ਕਿਸੇ ਵੀ ਸੂਬੇ ਦੀ ਵਿਧਾਨ ਸਭਾ ਕੋਲੇ ਬਹੁਤ ਵੱਡੇ ਵੱਡੇ ਅਖਤਿਆਰ ਨੇ। ਅਸੀਂ ਅੱਜ ਵਿਧਾਨ ਸਭਾ ਤੇ ਪਹਿਰਾ ਨਹੀਂ ਦੇ ਰਹੇ, ਕੋਈ ਵੇਲਾ ਆਊਗਾ ਜਿਵੇਂ ਕੇਜਰੀਵਾਲ ਦੀ ਵਿਧਾਨ ਸਭਾ ਹੈ ਦਿੱਲੀ ਵਾਲੀ, ਉਹਦਾ ਬਹੁਤਾ ਅਧਿਕਾਰ ਗ੍ਰਹਿ ਮੰਤਰਾਲੇ ਕੋਲੇ ਹੈ। ਬਿਲਕੁਲ। ਉਹਨਾਂ ਦੇ ਪਾਸ ਮਤੇ ਕਾਨੂੰਨ ਬਣਨ ਲਈ ਗ੍ਰਹਿ ਮੰਤਰਾਲੇ ਦੀ ਮਨਜ਼ੂਰੀ ਚਾਹੀਦੀ ਹੈ। ਅੱਜ ਉਹੀ ਨੌਬਤ ਦੇਖ ਲਓ, ਅਸੀਂ ਪੂਰਾ ਸੂਬਾ ਪੰਜਾਬ ਫੁੱਲ ਸਟੇਟ ਹੈ, ਫੁੱਲ ਅਸੈਂਬਲੀ ਹੈ ਪੰਜਾਬ 'ਚ, ਸਾਡੇ ਖੇਤੀ ਕਾਨੂੰਨ ਪਾਸ ਕੀਤੇ, ਖੇਤੀਬਾੜੀ ਸੂਬਿਆਂ ਦਾ ਵਿਸ਼ਾ ਹੈ। ਇਹ ਮੰਗ ਕਰ ਲੈਣੀ ਚਾਹੀਦੀ ਕਿਸਾਨਾਂ ਨੂੰ, ਗਵਰਨਰ ਕੋਲੋਂ ਵੀ ਔਰ ਰਾਸ਼ਟਰਪਤੀ ਕੋਲੋਂ ਵੀ, ਔਰ ਕੇਂਦਰ ਨਾਲ ਗੱਲਬਾਤ 'ਚ ਲਿਖ ਦੇਣਾ ਚਾਹੀਦਾ ਹੈ ਕਿ ਕੇਂਦਰ ਸਰਕਾਰ ਜ਼ਰੂਰ ਸਿਫਾਰਿਸ਼ ਕਰੇ ਰਾਸ਼ਟਰਪਤੀ ਸਾਹਿਬ ਨੂੰ ਕਿ ਪੰਜਾਬ ਵਾਲੇ ਕਾਨੂੰਨਾਂ ਤੇ ਵਿਚਾਰ ਕਰੋ। ਅਸੀਂ ਅਗਰ ਨਾ ਗੰਭੀਰਤਾ ਦਿਖਾਈ, ਭਵਿੱਖ 'ਚ ਪੰਜਾਬ ਦੇ ਪਾਸ ਕੀਤੇ ਕਾਨੂੰਨ ਇਸੇ ਤਰ੍ਹਾਂ ਅੜਿਆ ਕਰਨਗੇ ਜੀ। ਫਿਰ ਸਾਡੀ ਵਿਧਾਨ ਸਭਾ ਕਾਹਦੇ ਲਈ ਰਹਿ ਗਈ ਗਗਨ ਜੀ? ਫਿਰ ਵਿਧਾਨ ਸਭਾ ਦਾ ਮੁੱਲ ਕੀ ਰਹਿ ਗਿਆ? ਬਿਲਕੁਲ। ਅੱਜ ਅਸੀਂ ਫਸਲਾਂ ਦੇ ਮੁੱਲ ਲਈ ਸੰਘਰਸ਼ ਕਰ ਰਹੇ ਹਾਂ, ਫਿਰ ਵਿਧਾਨ ਸਭਾ ਦੇ ਮੁੱਲ ਲਈ ਸੰਘਰਸ਼ ਕਰਾਂਗੇ। ਬਿਲਕੁਲ। ਉਹ ਸਮਾਂ ਆ ਜਾਣਾ ਅਗਰ ਅਸੀਂ ਨਾ ਜਾਗੇ ਤਾਂ। ਬਿਲਕੁਲ। ਤੇ ਡੱਲਾ ਜੀ, ਉਧਰ ਆਮ ਆਦਮੀ ਪਾਰਟੀ ਦੇ ਵੱਲੋਂ ਪ੍ਰੈਸ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਨੇ। ਮੀਤ ਹੇਅਰ ਨੇ ਵੀ ਬੀਤੇ ਦਿਨਾਂ ਪ੍ਰੈਸ ਕਾਨਫਰੰਸ ਕੀਤੀ ਹੈ, ਕੈਪਟਨ ਅਮਰਿੰਦਰ ਸਿੰਘ ਨੂੰ ਬੜਾ ਨਿਸ਼ਾਨੇ ਦੇ ਉੱਤੇ ਰੱਖ ਰਹੇ ਨੇ। ਦੇਖੋ, ਇਹ ਉਹਨਾਂ ਦਾ, ਮੈਂ ਇਹ ਕਹੂੰਗਾ ਕਿ ਅਮਿਤ ਸ਼ਾਹ ਨੂੰ ਮਿਲ ਕੇ ਆਏ ਕੈਪਟਨ ਅਮਰਿੰਦਰ। ਦੇਖੋ ਹੁਣ ਆਮ ਆਦਮੀ ਪਾਰਟੀ ਵਾਲੇ ਬਾਰ-ਬਾਰ ਐਲੀਗੇਸ਼ਨ ਲਾਉਂਦੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਅਮਿਤ ਸ਼ਾਹ ਨਾਲ ਮਿਲੇ ਹੋਏ ਨੇ ਜੀ। ਹੈ ਜੀ। ਜੇ ਕੈਪਟਨ ਅਮਰਿੰਦਰ, ਦੇਖੋ ਇਹ ਸਾਰੇ ਸਿਆਸੀ ਇਲਜ਼ਾਮ ਹੈ ਜੀ। ਕਿਸੇ ਸੂਬੇ ਦਾ ਮੁੱਖ ਮੰਤਰੀ ਕਿਸੇ ਵੀ ਗ੍ਰਹਿ ਮੰਤਰਾਲੇ ਨਾਲ ਇਸ ਤਰ੍ਹਾਂ ਨਹੀਂ ਮਿਲ ਸਕਦਾ ਕਿ ਉਹ ਸਾਜ਼ਿਸ਼ਾਂ ਰਚਦਾ ਹੋਵੇ ਜੀ। ਹੈ ਜੀ। ਇਹ ਅਸੰਭਵ ਹੈ। ਪੰਜਾਬ ਦੇ ਕਈ ਕਾਂਗਰਸੀ ਵੀ ਕਹਿੰਦੇ ਸੀ ਅਰਵਿੰਦ ਕੇਜਰੀਵਾਲ ਨੂੰ ਵੀ, ਅਰਵਿੰਦ ਕੇਜਰੀਵਾਲ ਬੀਜੇਪੀ ਨਾਲ ਮਿਲ ਗਿਆ। ਹੁਣ ਦੱਸਣ ਮੀਤ ਹੇਅਰ ਵੀ ਕੇਜਰੀਵਾਲ ਮਿਲ ਗਿਆ ਕੇਂਦਰ ਸਰਕਾਰ ਨਾਲ। ਆਖਿਰ ਕੇਜਰੀਵਾਲ ਨੂੰ ਵੀ ਕਾਨੂੰਨ ਵਿਧਾਨ ਸਭਾ 'ਚ ਪਾੜਨੇ ਪਏ ਨਾ, ਬਿਲਕੁਲ, ਲੋਕਾਂ ਦੇ ਦਬਾਅ ਤੋਂ ਬਾਅਦ। ਇਸ ਕਰਕੇ ਇਹੋ ਜਿਹੇ ਐਲੀਗੇਸ਼ਨ ਸਾਡੇ ਪੋਲੀਟੀਕਲ ਲੋਕਾਂ ਨੂੰ ਲਾਉਣੇ ਨਹੀਂ ਚਾਹੀਦੇ ਵੀ ਕੈਪਟਨ ਅਮਰਿੰਦਰ ਅਮਿਤ ਸ਼ਾਹ ਨਾਲ ਮਿਲ ਗਿਆ। ਕਾਂਗਰਸੀ ਕਹੀ ਜਾਂਦੇ ਕੇਜਰੀਵਾਲ ਮਿਲ ਗਿਆ। ਅੱਛਾ, ਇਹ ਪਹਿਲਾਂ ਮੈਂ ਫਿਰ ਗੱਲ ਦੱਸ ਦਿੰਦਾ, ਪਹਿਲਾਂ ਸੁਖਬੀਰ ਕੀ ਬਿਆਨ ਦਿੰਦਾ ਸੀ ਕਿ ਆਪ ਤੇ ਕਾਂਗਰਸ ਵਾਲੇ ਮਿਲੇ ਹੋਏ ਨੇ। ਭਗਵੰਤ ਮਾਨ ਕੀ ਕਹਿੰਦਾ ਸੀ? ਭਗਵੰਤ ਮਾਨ ਕਹਿੰਦਾ ਸੀ ਕੈਪਟਨ ਤੇ ਬੀਜੇਪੀ ਮਿਲੇ ਹੋਏ ਨੇ ਜੀ। ਤੇ ਕੈਪਟਨ ਅਮਰਿੰਦਰ ਹੋਣੀ ਕੀ ਕਹਿੰਦੇ ਸੀ? ਉਹ ਕਹਿੰਦੇ ਸੀ ਆਪ ਵਾਲੇ ਤੇ ਬੀਜੇਪੀ ਮਿਲੇ ਹੋਏ ਨੇ ਜੀ। ਫਿਰ ਇੱਕ ਨਵੀਂ ਗੱਲ ਵੀ ਆਉਂਦੀ ਸੀ, ਆਪ ਵਾਲੇ ਇਹ ਵੀ ਕਹਿੰਦੇ ਸੀ ਕਿ ਕੈਪਟਨ ਤੇ ਸੁਖਬੀਰ ਮਿਲੇ ਹੋਏ ਨੇ ਜੀ। ਹੁਣ ਸੁਖਬੀਰ ਕਹਿੰਦਾ ਵੀ ਕੈਪਟਨ ਤੇ ਬੀਜੇਪੀ ਮਿਲੇ ਹੋਏ ਨੇ ਜੀ। ਸੋ ਇਸ ਕਰਕੇ ਇਹ ਇਲਜ਼ਾਮ ਨਹੀਂ ਲਾਉਣੇ ਚਾਹੀਦੇ। ਦੇਖੋ, ਜੇ ਕੈਪਟਨ ਅਮਰਿੰਦਰ ਬੀਜੇਪੀ ਨਾਲ ਮਿਲਿਆ ਹੁੰਦਾ ਜੀ, ਸਾਰੇ ਟੋਲ ਪੰਜਾਬ ਦੇ ਵਿਹਲੇ ਪਏ ਨੇ। ਮੈਂ ਹੁਣੀ ਚੰਡੀਗੜ੍ਹੋਂ ਆਇਆ, ਸਾਰੇ ਟੋਲ ਪੰਜਾਬ ਦੇ ਵਿਹਲੇ ਪਏ ਨੇ। ਕਿਤੇ ਟੋਲ ਲੱਗ ਰਿਹਾ ਪੰਜਾਬ 'ਚ? ਬਿਲਕੁਲ ਨਹੀਂ। ਹੈ ਜੀ, ਬਿਲਕੁਲ ਨਹੀਂ। 2 ਮਹੀਨੇ ਤਾਂ ਹੋ ਹੀ ਗਏ ਨਾ, ਜਿੰਨੇ ਦਿਨਾਂ ਦਾ ਕਿਸਾਨਾਂ ਦਾ ਅੰਦੋਲਨ ਚੱਲਦਾ ਹੈ। ਆ ਟੋਲ ਸੁਣਨੇ ਪਏ ਨੇ। ਚਲੋ ਧੰਨਵਾਦ ਹੈ ਕਿਸਾਨਾਂ ਦਾ, 2-3 ਮਹੀਨੇ ਟੋਲ ਦੇ 4 ਪੈਸੇ ਤਾਂ ਬਚੇ। ਬਿਲਕੁਲ, ਜ਼ਰੂਰਤ ਨਾਲੋਂ ਵੱਧ ਟੋਲ ਵਸੂਲਿਆ ਜਾ ਰਿਹਾ ਸੀ। ਸੋ ਇਹ ਕੁਦਰਤ ਦਾ ਇਨਸਾਫ ਹੈ ਜੀ। ਇਹ ਕੁਦਰਤ ਨੇ ਕਿਸੇ ਨਾ ਕਿਸੇ ਰੂਪ 'ਚ ਇਸ ਮੰਦੀ ਦੇ ਦੌਰ 'ਚ ਲੋਕਾਂ ਨੂੰ ਥੋੜਾ ਆਸਰਾ ਦਿੱਤਾ। ਸੋ ਇਸ ਕਰਕੇ ਇਹ ਐਲੀਗੇਸ਼ਨ ਨਹੀਂ ਲੱਗਣੇ ਚਾਹੀਦੇ, ਇਹ ਲਾਉਣੇ ਵੀ ਨਹੀਂ ਚਾਹੀਦੇ ਕਿਸੇ ਜੀ। ਸੋ ਸਰਕਾਰਾਂ ਨੂੰ ਕੰਮ ਤਾਂ ਮਿਲ ਕੇ ਹੀ ਕਰਨਾ ਪੈਣਾ। ਕੇਜਰੀਵਾਲ ਨੂੰ ਕੇਂਦਰ ਨਾਲ ਵੀ ਮਿਲ ਕੇ ਕੰਮ ਕਰਨਾ ਪੈਣਾ, ਕੈਪਟਨ ਅਮਰਿੰਦਰ ਨੂੰ ਵੀ ਕੇਂਦਰ ਨਾਲ ਮਿਲ ਕੇ ਕੰਮ ਕਰਨਾ ਪੈਣਾ, ਔਰ ਕੇਂਦਰ ਨੂੰ ਵੀ ਮੁੱਖ ਮੰਤਰੀਆਂ ਨਾਲ ਮਿਲ ਕੇ ਕੰਮ ਕਰਨਾ ਪੈਣਾ। ਦੇਖੋ, ਜਦੋਂ ਤੁਸੀਂ ਕਿਸੇ ਪ੍ਰਬੰਧ ਦਾ ਹਿੱਸਾ ਹੁੰਦੇ ਹੋ ਨਾ ਜੀ, ਮਿਲ ਜੁਲ ਕੇ ਹੀ ਕੰਮ ਕਰਨਾ ਪੈਂਦਾ। ਡੀਜ਼ਲ ਬਿਨਾਂ ਕਾਰ ਚੱਲੂ ਜੀ?
ਜੀ ਸਟੀਅਰਿੰਗ ਬਿਨਾਂ ਵੀ ਨਹੀਂ ਚੱਲਣੀ, ਬਿਲਕੁਲ ਨਹੀਂ। ਟਾਇਰਾਂ ਬਿਨਾਂ ਵੀ ਨਹੀਂ ਚੱਲਣੀ। ਸੋ ਹਰ ਇਹ ਜਿਹੜਾ ਲੋਕਤੰਤਰ ਹੈ ਨਾ ਜੀ, ਡੈਮੋਕ੍ਰੇਸੀ, ਇੱਥੇ ਸਾਰੀਆਂ ਪ੍ਰਣਾਲੀਆਂ ਆਪਸ 'ਚ ਰਲਦੀਆਂ ਨੇ। ਹੁਣ ਮੈਂ ਉਹੀ ਤਾਂ ਕਹਿ ਰਿਹਾ ਵੀ ਪੰਜਾਬ ਦੀ ਵਿਧਾਨ ਸਭਾ ਨੇ ਕਾਨੂੰਨ ਪਾਸ ਕਰਤਾ, ਸਾਡੇ ਸੂਬੇ ਦਾ ਕਾਨੂੰਨ ਹੈ ਜੀ। ਗਵਰਨਰ ਸਾਹਿਬ ਨੇ ਸਹੀ ਨਹੀਂ ਪਾਈ, ਕਹਿੰਦੇ ਕੁਝ ਮਦਾਂ ਕੇਂਦਰ ਦੇ ਕਾਨੂੰਨ ਨਾਲ ਸੰਬੰਧਿਤ ਨੇ, ਉਹ ਰਾਸ਼ਟਰਪਤੀ ਸਾਹਿਬ ਕੋਲ ਚੱਲ ਗਿਆ। ਹੁਣ ਜਦ ਤੱਕ ਰਾਸ਼ਟਰਪਤੀ ਸਾਹਿਬ ਨਹੀਂ ਸਾਈਨ ਕਰਨਗੇ, ਗਵਰਨਰ ਨਹੀਂ ਕਰੂਗਾ, ਪੰਜਾਬ ਦਾ ਕਾਨੂੰਨ ਲਾਗੂ ਨਹੀਂ ਹੋਣਾ। ਬਿਲਕੁਲ। ਤੇ ਜੇ ਕੈਪਟਨ ਅਮਰਿੰਦਰ ਦੀ ਜਗ੍ਹਾ ਕੇਜਰੀਵਾਲ ਹੁੰਦਾ, ਆਪਾਂ ਮੰਨ ਲਈਏ ਜੀ, ਤੇ ਜੇ ਇਹੀ ਕਾਨੂੰਨ ਕੇਜਰੀਵਾਲ ਨੇ ਪਾਸ ਕੀਤੇ ਹੁੰਦੇ ਤਾਂ ਵੀ ਉਹ ਰਾਸ਼ਟਰਪਤੀ ਤੇ ਗਵਰਨਰ ਕੋਲੇ ਜਾਣਾ ਸੀ। ਬਿਲਕੁਲ। ਹੈ ਜੀ ਮੀਤ ਹੇਅਰ ਸਾਹਿਬ, ਕੇਜਰੀਵਾਲ ਨੇ ਕਿਹੜਾ ਫਿਰ ਆਪ ਵੀ ਪਾਸ ਕਰ ਦੇਣੇ ਸੀ ਵੀ ਕੈਪਟਨ ਤੋਂ ਤਾਂ ਕਾਨੂੰਨ ਬਣੇ ਨਹੀਂ, ਮੈਂ ਹੀ ਬਣਾ ਦਿੰਦਾ ਜੀ। ਤੇ ਜੇ ਇੰਨੀ ਗੱਲ ਸੀ ਤੇ ਕੇਜਰੀਵਾਲ ਦਿੱਲੀ 'ਚ ਬਣਾ ਦੇ ਆਪਣੇ ਨਵੇਂ ਕਾਨੂੰਨ, ਉਹ ਵੀ ਗ੍ਰਹਿ ਮੰਤਰਾਲੇ ਕੋਲੇ ਜਾਣੇ ਆ। ਬਿਲਕੁਲ। ਸੋ ਇਸ ਕਰਕੇ ਇਹੋ ਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਵੀ ਕੈਪਟਨ ਅਮਰਿੰਦਰ ਮਿਲ ਗਿਆ ਜੀ, ਕੋਈ ਸਿਆਸੀ ਸੌਦਾ ਕਰਾਇਆ ਜੀ। ਸੋ ਜਿਹੜੇ ਉਸਾਰੂ ਮਸਲੇ ਨੇ ਉਹਨਾਂ ਦੇ ਉੱਤੇ ਇਲਜ਼ਾਮ ਲੱਗ ਜਾਣ ਜ਼ਿਆਦਾ ਚੰਗੀ ਗੱਲ ਹੈ। ਬਾਕੀ ਮੀਤ ਹੇਅਰ ਮੈਨੂੰ ਪਤਾ ਲੱਗਿਆ ਪੜ੍ਹਿਆ ਲਿਖਿਆ ਨੌਜਵਾਨ ਹੈ, ਸ਼ਾਇਦ ਇੰਜੀਨੀਅਰ ਹੈ, ਮੈਨੂੰ ਪੱਕਾ ਨਹੀਂ ਪਤਾ, ਸ਼ਾਇਦ ਇੰਜੀਨੀਅਰ ਹੈ, ਔਰ ਨੌਜਵਾਨਾਂ ਦੇ ਵਿੱਚ ਚੰਗੀ ਉਹਨਾਂ ਦੀ ਆਪਸ 'ਚ ਅੰਡਰਸਟੈਂਡਿੰਗ ਹੈ ਨੌਜਵਾਨਾਂ ਦੇ ਨਾਲ। ਸ਼ੁਭ ਕਾਮਨਾਵਾਂ ਨੇ ਮੀਤ ਹੇਅਰ ਨੂੰ, ਇੱਕ ਵਾਰ ਐਮਐਲਏ ਬਣ ਗਿਆ, ਦੁਬਾਰਾ ਫੇਰ ਜਿੱਤੇ, ਤੁਹਾਡੀ ਸਰਕਾਰ ਆਵੇ। ਮੈਂ ਤਾਂ ਚਾਹੂੰਗਾ ਮੀਤ ਹੇਅਰ ਵਰਗੇ ਨੌਜਵਾਨ ਮੰਤਰੀ ਬਣਨ, ਪਰ ਇਹੋ ਜਿਹੀ ਸਿਆਸਤ ਤੋਂ ਥੋੜਾ ਜਿਹਾ ਗੁਰੇਜ਼ ਕਰਨ ਜੀ, ਉਹਦੇ 'ਚ ਪੰਜਾਬ ਦਾ ਭਲਾ। ਬਿਲਕੁਲ। ਤੇ ਡੱਲਾ ਸਾਹਿਬ ਜਾਂਦੇ ਜਾਂਦੇ ਇੱਕ ਵਾਰ ਟਿੱਪਣੀ ਜੰਤਰ ਮੰਤਰ ਦੇ ਉੱਤੇ ਚੱਲ ਰਹੇ ਪੰਜਾਬ ਦੇ ਕਾਂਗਰਸੀ ਸੰਸਥਾ ਤੇ ਵਿਧਾਇਕਾਂ ਦੇ ਧਰਨੇ ਤੇ ਵੀ ਲਾਵਾਂਗੇ, ਕਿਸ ਤਰ੍ਹਾਂ ਵੇਖ ਰਹੇ ਹੋ? ਲਗਾਤਾਰ ਧਰਨਾ ਉਹ ਵੀ ਜਾਰੀ ਹੈ ਜੀ। ਦੇਖੋ ਠੰਡ 'ਚ ਉਹ ਵੀ ਧਰਨੇ 'ਚ ਬੈਠੇ ਆ ਜੀ, ਰਜਾਈਆਂ ਲਈ ਜੀ, ਸਾਰੇ ਰਜਾਈ ਦੀ ਤਾਂ ਲੋੜ ਹੀ ਹੁੰਦੀ ਠੰਡ 'ਚ ਜੀ। ਸੋ ਧਰਨਾ ਚੱਲ ਰਿਹਾ। ਬਾਕੀ ਇਹ ਵੀ ਪਤਾ ਲੱਗਿਆ ਕਿ ਇੱਕ ਦੋ ਮੈਂਬਰ ਪਾਰਲੀਮੈਂਟ ਨੇ ਵਿੱਚ ਇੱਕ ਨੂੰ ਤਾਂ ਬੁਖਾਰ ਵੀ ਹੋ ਗਿਆ ਸੀ, ਕਹਿੰਦੇ 101 ਹੋ ਗਿਆ ਸੀ ਬੁਖਾਰ ਜੀ। ਸੋ ਇਹ ਹੁਣ ਬੁਖਾਰ ਠੰਡ 'ਚ ਅੰਦੋਲਨ 'ਚ ਸੰਘਰਸ਼ਾਂ 'ਚ ਹੁੰਦਾ ਰਹਿੰਦਾ। ਰਵਨੀਤ ਬਿੱਟੂ ਹੁਣੀ, ਮੈਂ ਕੱਲ ਦੇਖ ਰਿਹਾ ਸੀ ਤਸਵੀਰਾਂ, ਉਹ ਮੂੰਹ ਤੇ ਕਾਲੀਆਂ ਪੱਟੀਆਂ ਬੰਨੀਆਂ ਹੋਈਆਂ ਸੀ ਜੀ, ਲੱਗੇ ਨੇ ਆਪਣੀਆਂ ਕੋਸ਼ਿਸ਼ਾਂ ਕਰਨ, ਕਾਂਗਰਸ ਦੇ ਮੈਂਬਰ ਪਾਰਲੀਮੈਂਟ ਵੀ। ਪਰ ਗੱਲ ਇਹ ਹੈ ਕਿ ਪੂਰਾ ਧਿਆਨ ਕਿਸਾਨਾਂ ਤੇ ਕੇਂਦਰ ਤੇ ਫੋਕਸ ਕਰਨ ਦੀ ਲੋੜ ਹੈ। ਕਿਸਾਨ ਸੰਗਠਿਤ ਹੋ ਕੇ ਅੰਦੋਲਨ ਕਰ ਰਹੇ ਨੇ, ਕਿਸਾਨਾਂ ਦੀ ਨਜ਼ਰ ਹੈ ਜਿਹੜੀ ਸਿਰਫ 3 ਖੇਤੀ ਕਾਨੂੰਨਾਂ ਤੇ ਹੈ। ਔਰ ਮੈਨੂੰ ਇਹ ਲੱਗਦਾ ਹੈ ਕਿ ਅਗਰ ਕੇਂਦਰ ਕਿਤੇ 3 ਖੇਤੀ ਕਾਨੂੰਨ ਮੁਅੱਤਲ ਕਰਦੇ ਜਾਂ ਰੱਦ ਕਰਦੇ ਤੇ ਕਿਸਾਨਾਂ ਦੇ ਨਾਲ ਰਾਬਤਾ ਬਣਾ ਲੇ, ਤਾਂ ਹੁਣ ਸੱਚਮੁੱਚ ਬਹੁਤ ਵਧੀਆ ਨਵੇਂ ਕਾਨੂੰਨ ਬਣਨਗੇ, ਕਿਉਂਕਿ ਬਹੁਤ ਬਹਿਸ ਇਹਨਾਂ ਕਾਨੂੰਨਾਂ ਤੇ ਹੋ ਗਈ ਹੈ। ਸਰਕਾਰ ਨੂੰ ਵੀ ਬਹੁਤ ਤੱਥਾਂ ਦਾ ਪਤਾ ਲੱਗ ਗਿਆ, ਕਿਸਾਨਾਂ ਨੂੰ ਵੀ ਬਹੁਤ ਸਾਰੀਆਂ ਚੀਜ਼ਾਂ ਦਾ ਪਤਾ ਲੱਗ ਗਿਆ, ਔਰ ਪੂਰੇ ਦੇਸ਼ ਦਾ ਕਿਸਾਨ ਸੰਗਠਿਤ ਹੋਣ ਲੱਗ ਗਿਆ। ਅੱਗੇ ਤਾਂ ਐਮਐਸਪੀ ਸਿਰਫ ਪੰਜਾਬ ਤੇ ਹਰਿਆਣੇ ਵਾਲੇ ਵਿਰੋਧ ਕਰਦੇ ਸੀ ਵੀ ਤੁਸੀਂ ਐਮਐਸਪੀ ਤੇ ਨਹੀਂ ਚੱਕਦੇ। ਇਹ ਪਹਿਲੀ ਵਾਰੀ ਹੈ ਜਦੋਂ ਦੇਸ਼ ਦੇ ਹੋਰ ਸੂਬਿਆਂ ਯੂਪੀ ਤੇ ਬਿਹਾਰ ਦੇ ਕਿਸਾਨ ਵੀ ਬੜੇ ਅੱਗੇ ਆ ਰਹੇ ਨੇ ਵੀ ਐਮਐਸਪੀ ਤੇ ਸਾਡੀਆਂ ਵੀ ਫਸਲਾਂ ਚੱਕੋ, ਉਹਨਾਂ ਦੀਆਂ ਵੀ ਫਸਲਾਂ ਚੱਕਣੀਆਂ ਚਾਹੀਦੀਆਂ ਨੇ। ਉਹ ਵੀ ਇਸੇ ਮਿੱਟੀ ਦੇ ਪੁੱਤ ਨੇ ਜੀ, ਕਿਸੇ ਨਾਲ ਖੇਤੀਬਾੜੀ ਦੇ ਕਾਨੂੰਨਾਂ ਦੇ ਸੰਬੰਧ ਦੇ ਵਿੱਚ ਭੇਦਭਾਵ ਨਹੀਂ ਹੋਣਾ ਚਾਹੀਦਾ ਗਗਨ ਜੀ। ਇਸ ਆਸ ਨਾਲ ਮੈਂ ਇਜਾਜ਼ਤ ਲਊਂਗਾ ਗਗਨ ਜੀ ਕਿ ਅੱਜ ਦਾ ਦਿਨ ਹੋਵੇ ਭਾਵੇਂ ਕੱਲ ਦਾ ਦਿਨ, ਹੋ ਸਕਦਾ ਪ੍ਰਧਾਨ ਮੰਤਰੀ ਨੇ ਅੱਜ ਭਾਸ਼ਣ ਕਰਨਾ ਹੈ, ਪ੍ਰਧਾਨ ਮੰਤਰੀ ਕੋਈ ਸੱਦਾ ਮਾਰ ਦੇਣ ਵੀ ਮੈਂ ਤੁਹਾਡੇ ਨਾਲ ਮੀਟਿੰਗ ਕਰਕੇ ਮਿਲ ਜੁਲ ਕੇ ਇਸ ਮਸਲੇ ਨੂੰ ਨਿਬੇੜਦਾ। ਅਗਰ ਪ੍ਰਧਾਨ ਮੰਤਰੀ ਪਹਿਲ ਕਰ ਲੈਣ, ਸਿੰਘੂ ਬਾਰਡਰ ਦੇ ਧਰਨੇ ਦੀ ਪ੍ਰਧਾਨ ਮੰਤਰੀ ਆ ਜਾਣ, ਤੇ ਕਿਸਾਨਾਂ ਨੇ ਬਹੁਤ ਇੱਜ਼ਤ ਦੇਣੀ ਹੈ ਨਰਿੰਦਰ ਮੋਦੀ ਉਹਨਾਂ ਨੂੰ, ਔਰ ਫਿਰ ਗੱਲ ਮੈਨੂੰ ਲੱਗਦਾ ਚੰਗੇ ਤਰੀਕੇ ਨਾਲ ਖਤਮ ਹੋ ਸਕਦੀ ਹੈ। ਪ੍ਰਧਾਨ ਮੰਤਰੀ ਨੂੰ ਖੁਦ ਦਖਲ ਦੇਣ ਦੀ ਲੋੜ ਹੈ, ਮੇਰਾ ਹੀ ਮੰਨਣਾ ਹੈ ਜੀ। ਬਿਲਕੁਲ। ਸੋ ਉਮੀਦ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਲਗਾਤਾਰ ਵੱਧ ਰਹੀ ਠੰਡ ਦੇ ਜੋ ਅਨੁਮਾਨ ਨੇ ਲਗਾਤਾਰ ਪਹੁੰਚ ਰਹੇ ਹੋਣਗੇ ਮੌਸਮ ਵਿਭਾਗ ਦੇ ਵੱਲੋਂ ਵੀ, ਤੇ ਕਿੰਨੇ ਕੁ ਕਿਸਾਨ ਦਿੱਲੀ ਦੇ ਵਿੱਚ ਡਟ ਕੇ ਬੈਠੇ ਨੇ ਉਹਨਾਂ ਦੇ ਬਾਰੇ ਵੀ ਲਗਾਤਾਰ ਜਿਹੜੀਆਂ ਫੋਟੋਆਂ ਤਸਵੀਰਾਂ ਸੈਟੇਲਾਈਟ ਦੇ ਜ਼ਰੀਏ ਚਾਹੇ ਜਾਣ, ਪਰ ਪ੍ਰਧਾਨ ਮੰਤਰੀ ਸਾਹਿਬ ਤੱਕ ਜ਼ਰੂਰ ਪਹੁੰਚ ਰਹੀਆਂ ਹੋਣਗੀਆਂ। ਸੋ ਅੱਜ ਦੀ ਜੋ ਵਰਚੁਅਲ ਮੀਟਿੰਗ ਹੈ, ਰੈਲੀ ਹੈ, ਉਸ ਦੇ ਉੱਤੇ ਵੀ ਅਸੀਂ ਨਜ਼ਰ ਬਣਾ ਕੇ ਰੱਖਾਂਗੇ। ਹੋ ਸਕਦਾ ਹੈ ਕਿ ਉਮੀਦ ਹੈ ਕਿਸਾਨਾਂ ਦੇ ਲਈ ਕੋਈ ਵੱਡਾ ਐਲਾਨ ਪ੍ਰਧਾਨ ਮੰਤਰੀ ਸਾਹਿਬ ਕਰ ਦੇਣ। ਢਿੱਲਾ ਸਾਹਿਬ ਬਹੁਤ ਬਹੁਤ ਧੰਨਵਾਦ। ਬਹੁਤ ਧੰਨਵਾਦ ਜੀ, ਸਾਰਿਆਂ ਦੀ ਬਹੁਤ ਬਹੁਤ ਧੰਨਵਾਦ।